पार्लीमेंट ਦੇ ਪਿਛਲੇ ਇਜਲਾਸ ਵਿੱਚ ਇਹ ਮਹੱਤਵਪੂਰਨ ਸਵਾਲ ਪੈਦਾ ਹੋਇਆ ਸੀ ਕਿ ਪਾਰਲੀਮੈਂਟ ਦੇ ਮੈਂਬਰਾਂ ਦੀ ਡਾਕ ਸੈਂਸਰ ਹੋ ਸਕਦੀ ਹੈ ਜਾਂ ਨਹੀਂ। ਡੰਡੀ ਪਾਰਲੀਮੈਂਟ ਦੇ ਕੁਝ ਪ੍ਰਸਿੱਧ ਮੈਂਬਰਾਂ ਅਟਲ ਬਿਹਾਰੀ ਵਾਜਪਾਈ ਅਤੇ LK ਅਡਵਾਨੀ ਨੇ ਇਸ ਨੂੰ ਵਿਸ਼ੇਸ਼ ਅਧਿਕਾਰ ਦਾ ਵਿਸ਼ਾ ਬਣਾ ਕੇ ਜੋ ਇਤਰਾਜ਼ ਕੀਤਾ ਸੀ, ਸਪੀਕਰ ਨੇ ਉਸ ਨੂੰ ਰੱਦ ਕਰ ਦਿੱਤਾ ਸੀ ਅਤੇ ਆਪਣੀ ਰੂਲਿੰਗ ਵਿੱਚ ਆਖਿਆ ਸੀ ਕਿ ਪਾਰਲੀਮੈਂਟ ਦੇ ਮੈਂਬਰਾਂ ਦੀ ਡਾਕ ਵੀ ਹੋਰ ਨਾਗਰਿਕਾਂ ਵਾਂਗ ਸੈਂਸਰ ਹੋ ਸਕਦੀ ਹੈ। ਡੰਡੀ ਵਿਰੋਧੀ ਦਲ ਵੱਲੋਂ ਦੋਸ਼ ਲਾਇਆ ਗਿਆ ਸੀ ਕਿ ਕੋਈ 100 ਪਾਰਲੀਮੈਂਟ ਦੇ ਮੈਂਬਰਾਂ, ਰਾਜਸੀ ਆਗੂਆਂ ਅਤੇ ਪੱਤਰਕਾਰਾਂ ਦੀ ਡਾਕ ਅਤੇ ਉਹਨਾਂ ਦੇ ਟੈਲੀਫੋਨ ਸੈਂਸਰ ਹੁੰਦੇ ਹਨ। ਡੰਡੀ ਪਰ ਅਫਸੋਸ ਦੀ ਗੱਲ ਇਹ ਹੈ ਕਿ ਲੋਕ ਸਭਾ ਦੇ ਸਪੀਕਰ ਸ਼੍ਰੀ ਬਲਰਾਮ ਜਾਖੜ ਨੇ ਜੋ ਰੂਲਿੰਗ ਦਿੱਤਾ ਸੀ, ਇਸ ਦੇ ਵਿਰੁੱਧ ਵਿਰੋਧੀ ਦਲਾਂ ਨੇ ਨਵੇਂ ਸਿਰਿਓਂ ਕੋਈ ਰੋਸ ਪ੍ਰਗਟ ਨਹੀਂ ਕੀਤਾ ਅਤੇ ਨਾ ਇਸ ਸਵਾਲ ਨੂੰ ਉਠਾਇਆ ਹੈ। ਡੰਡੀ ਸ਼੍ਰੀ ਬਲਰਾਮ ਜਾਖੜ ਨੇ ਆਖਿਆ ਸੀ ਕਿ ਇਸ ਵਿੱਚ ਵਿਸ਼ੇਸ਼ ਅਧਿਕਾਰ ਦੀ ਕੋਈ ਉਲੰਘਣਾ ਨਹੀਂ ਹੁੰਦੀ। ਡੰਡੀ ਉਹਨਾਂ ਨੇ ਆਪਣੇ ਰੂਲਿੰਗ ਦੇ ਸਮਰਥਨ ਵਿੱਚ ਮਦਰਾਸ ਅਸੈਂਬਲੀ ਦੇ ਸਪੀਕਰ ਦਾ 1954 ਦਾ ਰੂਲਿੰਗ ਅਤੇ ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਫੈਸਲੇ ਦਾ ਪ੍ਰਮਾਣ ਦਿੱਤਾ ਸੀ। ਡੰਡੀ ਮੈਂ ਪਿਛਲੇ ਦਿਨੀ ਜਦੋਂ ਆਸਟ੍ਰੇਲੀਆ ਗਿਆ ਸੀ ਤਾਂ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ 1944 ਵਿੱਚ ਦਿੱਤੇ ਗਏ ਰੂਲਿੰਗ ਬਾਰੇ ਪੜਤਾਲ ਕੀਤੀ ਸੀ। ਡੰਡੀ ਜਦੋਂ ਇਹ ਰੂਲਿੰਗ ਦਿੱਤਾ ਗਿਆ ਸੀ ਤਾਂ ਆਸਟ੍ਰੇਲੀਆ ਦੂਜੇ ਵਿਸ਼ਵ ਯੁੱਧ ਵਿੱਚ ਸ਼ਾਮਲ ਸੀ ਅਤੇ ਸੰਕਟ ਕਾਲ ਦੇ ਸਮੇਂ ਦੇ ਕਈ ਆਦੇਸ਼ ਨੈਸ਼ਨਲ ਸਿਕਿਉਰਿਟੀ ਐਕਟ ਦੇ ਅਧੀਨ ਜਾਰੀ ਕੀਤੇ ਗਏ ਸਨ। ਡੰਡੀ ਡਾਕ ਤਾਰ ਸੈਂਸਰ ਕਰਨ ਦਾ ਅਧਿਕਾਰ ਸਰਕਾਰ ਨੇ ਲੈ ਲਿਆ ਸੀ। ਡੰਡੀ ਪਰ ਜਦੋਂ ਲੜਾਈ ਖਤਮ ਹੋਈ ਤਾਂ ਜੰਗ ਦੇ ਸਮੇਂ ਦੇ ਜਾਰੀ ਕੀਤੇ ਗਏ ਸਾਰੇ ਕਾਨੂੰਨ ਵਾਪਸ ਲੈ ਲਏ ਗਏ। ਡੰਡੀ ਆਸਟ੍ਰੇਲੀਆ ਦੀ ਪਾਰਲੀਮੈਂਟ ਦੀ ਇੱਕ ਸਥਾਈ ਵਿਸ਼ੇਸ਼ ਅਧਿਕਾਰ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਆਖਿਆ ਸੀ ਕਿ ਇਸ ਸਦਨ ਦੇ ਮੈਂਬਰਾਂ ਨੂੰ ਲਿਖੀਆਂ ਗਈਆਂ ਚਿੱਠੀਆਂ ਨੂੰ ਸੈਂਸਰ ਕਰਨ ਵਿੱਚ ਵਿਸ਼ੇਸ਼ ਅਧਿਕਾਰਾਂ ਦੀ ਕੋਈ ਉਲੰਘਣਾ ਨਹੀਂ ਹੁੰਦੀ। ਇਸ ਰਿਪੋਰਟ ਦੀ ਅਸਲੀ ਨਕਲ ਜੋ ਮੈਂ ਪ੍ਰਾਪਤ ਕੀਤੀ ਹੈ ਉਸ ਵਿੱਚ ਕਮੇਟੀ ਨੇ ਇਹ ਵੀ ਕਿਹਾ ਸੀ ਅਮਨ ਦੇ ਸਮੇਂ ਵਿੱਚ ਕਿਸੇ ਵੀ ਸ਼ਹਿਰੀ ਦੀ ਡਾਕ ਵਿੱਚ ਕੋਈ ਦਖਲ ਦੇਣਾ ਇੱਕ ਗੰਭੀਰ ਮਾਮਲਾ ਹੈ। ਡੰਡੀ ਇਹ ਬਹਿਸ ਇਸ ਤਰ੍ਹਾਂ ਚੱਲੀ ਸੀ ਕਿ 25 ਫਰਵਰੀ 1944 ਨੂੰ ਆਸਟ੍ਰੇਲੀਆ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਪਾਰਲੀਮੈਂਟ ਵਿੱਚ ਸਵਾਲ ਉਠਾਇਆ ਸੀ ਕਿ ਇਸ ਸਦਨ ਦੇ ਮੈਂਬਰਾਂ ਨੂੰ ਲਿਖੀਆਂ ਗਈਆਂ ਚਿੱਠੀਆਂ ਨੂੰ ਖੋਲ੍ਹਣਾ ਪਾਰਲੀਮੈਂਟ ਦੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਨ ਦੇ ਤੁੱਲ ਹੈ। ਡੰਡੀ ਵਿਰੋਧੀ ਦਲ ਦੇ ਨੇਤਾ ਜੋ ਬਾਅਦ ਵਿੱਚ ਪ੍ਰਧਾਨ ਮੰਤਰੀ ਵੀ ਬਣ ਗਏ ਸਨ ਨੇ ਇਸ ਇਤਰਾਜ਼ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਸੰਬੰਧਿਤ ਕਾਨੂੰਨ ਵਿੱਚ ਇਹ ਸੋਧ ਪੇਸ਼ ਕੀਤੀ ਸੀ ਕਿ ਜਿੱਥੇ ਮੈਂਬਰਾਂ ਨੂੰ ਲਿਖੀਆਂ ਗਈਆਂ ਚਿੱਠੀਆਂ ਦੇ ਸ਼ਬਦ ਆਉਂਦੇ ਹਨ ਉਹਨਾਂ ਵਿੱਚ ਇਹ ਸ਼ਬਦ ਜੋੜ ਦਿੱਤੇ ਜਾਣ ਕਿ ਉਹ ਚਿੱਠੀਆਂ ਜਿਹੜੀਆਂ ਜੰਗੀ ਖੇਤਰ ਵਿੱਚ ਰਹਿਣ ਵਾਲੇ ਕਰਮਚਾਰੀਆਂ ਤੋਂ ਬਿਨਾਂ ਦੂਜੇ ਲੋਕਾਂ ਵੱਲੋਂ ਲਿਖੀਆਂ ਗਈਆਂ ਹੋਣ। ਡੰਡੀ ਇਸ ਮਸਲੇ 'ਤੇ ਝਗੜਾ ਵੱਧ ਗਿਆ ਅਤੇ ਪਾਰਲੀਮੈਂਟ ਦੀ ਇੱਕ ਕਮੇਟੀ ਨੇ ਜੋ ਰਿਪੋਰਟ ਦਿੱਤੀ ਉਸ ਨੂੰ ਸਾਹਮਣੇ ਰੱਖਦੇ ਹੋਏ ਇਤਰਾਜ਼ ਵਾਲਾ ਪ੍ਰਸਤਾਵ ਵਾਪਸ ਲੈ ਲਿਆ ਗਿਆ। ਡੰਡੀ ਇਸ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ ਕਿ ਜੰਗ ਦੇ ਸਮੇਂ ਵਿੱਚ ਜਿੱਥੇ ਸਰਕਾਰ ਦੀ ਸੈਂਸਰਸ਼ਿਪ ਦੀ ਕਾਰਵਾਈ ਉਸ ਦਾ ਇੱਕ ਸਧਾਰਨ ਕਰਤੱਵ ਹੈ, ਉੱਥੇ ਅਮਨ ਦੇ ਜ਼ਮਾਨੇ ਵਿੱਚ ਕਿਸੇ ਵੀ ਸ਼ਹਿਰੀ ਦੀ ਡਾਕ ਵਿੱਚ ਦਖਲ ਦੇਣਾ ਇੱਕ ਗੰਭੀਰ ਮਾਮਲਾ ਹੈ। ਡੰਡੀ ਜੰਗ ਦੇ ਸਮੇਂ ਵਿੱਚ ਇਹ ਗੱਲ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਕੋਈ ਵੀ ਲਾਭਦਾਇਕ सूचना
ਦੁਸ਼ਮਣ ਦੇ ਹੱਥ ਨਾ ਆਵੇ ਅਤੇ ਇਸ ਮਾਮਲੇ ਵਿੱਚ ਸਦਨ ਦੇ ਮੈਂਬਰਾਂ ਨੂੰ ਵੀ ਕੋਈ ਛੂਟ ਨਹੀਂ ਦੇਣੀ ਚਾਹੀਦੀ। ਡੰਡੀ ਇਹਨਾਂ ਸਾਰੀਆਂ ਗੱਲਾਂ ਦਾ ਭਾਵ ਇਹ ਹੈ ਕਿ ਆਸਟ੍ਰੇਲੀਆ ਦੀ ਪਾਰਲੀਮੈਂਟ ਨੇ ਜੰਗ ਦੇ ਸਮੇਂ ਅਤੇ ਅਮਨ ਦੇ ਸਮੇਂ ਵਿਚਕਾਰ ਇੱਕ ਲਕੀਰ ਖਿੱਚੀ ਹੈ। ਡੰਡੀ ਦੂਜੀ ਗੱਲ ਇਹ ਹੈ ਕਿ ਉਸਨੇ ਕਮੇਟੀ ਦੀ ਇਸ ਸਿਫਾਰਿਸ਼ ਨੂੰ ਮੰਨਿਆ ਹੈ ਕਿ ਅਮਨ ਦੇ ਸਮੇਂ ਵਿੱਚ ਡਾਕ ਦੀ ਸੈਂਸਰਸ਼ਿਪ ਇੱਕ ਗੰਭੀਰ ਮਾਮਲਾ ਹੈ। ਡੰਡੀ।